प्यारे विद्यार्थियों, मैं बलदेव सिंह असिस्टेंट प्रोफैसर डिफेंस एंड स्ट्रैटेजिक स्टडीज़ विभाग खालसा कॉलेज पटियाला ਅੱਜ ਤੁਹਾਡੇ ਨਾਲ BA ਸੈਕੰਡ ਈਅਰ ਸਮੈਸਟਰ 3 ਦਾ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ। ਸਮੈਸਟਰ 3 ਵਿੱਚ ਤੁਸੀਂ ਜੋ ਪੇਪਰ ਪੜ੍ਹੋਗੇ ਉਹ ਹੈ ਐਵੋਲਿਊਸ਼ਨ ਆਫ ਵਾਰਫੇਅਰ 1। ਇਸ ਦੇ ਵਿੱਚ ਅਸੀਂ ਕੁਝ ਪੁਰਾਤਨ ਲੜਾਈਆਂ ਜੰਗਾਂ ਦੇ ਬਾਰੇ ਪੜ੍ਹਾਂਗੇ, ਕੁਝ ਮਾਡਰਨ ਵਾਰਫੇਅਰਸ ਆਧੁਨਿਕ ਜੰਗਾਂ ਬਾਰੇ ਵੀ ਪੜ੍ਹਾਂਗੇ ਅਤੇ ਸਾਨੂੰ ਇਹ ਸਿੱਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਹਾਲਾਤਾਂ ਦੇ ਬਦਲਣ ਦੇ ਨਾਲ ਜੋ ਜੰਗ ਲੜਨ ਦੇ ਢੰਗ ਸੀਗੇ ਉਹ ਵੀ ਕਿਸ ਤਰ੍ਹਾਂ ਚੇਂਜ ਹੁੰਦੇ ਗਏ। ਸੈਨਾਪਤੀਆਂ ਦੀਆਂ, ਮਿਲਟਰੀ ਜਰਨਲਸ ਦੀਆਂ ਜੋ ਸਟ੍ਰੈਟਜੀ ਸੀ, ਯੁੱਧ ਨੀਤੀਆਂ ਸੀ, ਉਹ ਹਾਲਾਤਾਂ ਦੇ ਹਿਸਾਬ ਨਾਲ ਕਿਸ ਤਰ੍ਹਾਂ ਚੇਂਜ ਹੁੰਦੀਆਂ ਗਈਆਂ। First of all, we are going to discuss pattern of paper. As you all know, duration 3 घंटे ਦੀ, pass marks 35%, maximum marks ਤੁਹਾਡੇ 100 ਹੈ। theory 56 marks ਦੀ ਹੈ, practical examination 20 marks and internal assessment 24 marks. Evolution of warfare 1, section A. Number 1, military organizations and techniques of fighting of Macedonians and Persians with particular reference to the Battle of Arbela 331 BC. ਇਸ ਦੇ ਵਿੱਚ ਅਸੀਂ ਮੈਸੇਡੋਨੀਅਨਸ ਅਤੇ ਪਰਸ਼ੀਅਨਸ ਦੇ ਵਿਚਕਾਰ ਜੋ ਅਰਬੇਲਾ ਨਾਮ ਦੇ ਸਥਾਨ 'ਤੇ 331 BC ਵਿੱਚ ਲੜਾਈ ਹੋਈ ਉਸ ਦੇ ਬਾਰੇ ਅਸੀਂ ਪੜ੍ਹਾਂਗੇ। ਨੰਬਰ 2, military organizations and techniques of fighting of Romans। ਜੋ ਰੋਮਨ ਐम्पायर ਸੀਗਾ ਉਹਨਾਂ ਦੇ ਵਿਚਕਾਰ ਤੇ ਕਾਰਥੇਜੀਨੀਅਸ। ਕਾਰਥੇਜ ਇੱਕ ਵਪਾਰਕ ਨਗਰ ਸੀ ਜੋ ਕਿ ਭੂਮਧ ਸਾਗਰ ਦੇ ਨਾਰਥ ਦੇ ਵਿੱਚ ਪਾਇਆ ਗਿਆ, ਜੋ ਕਿ ਇੱਕ ਵਪਾਰਕ ਨਗਰ ਹੋਣ ਦੇ ਕਾਰਨ ਬੜਾ ਖਿੱਚ ਦਾ ਕੇਂਦਰ ਸੀ ਅਤੇ ਉਹਨਾਂ ਵਪਾਰਕ ਖਿੱਚ ਦੇ ਕਾਰਨ ਹੀ ਜਿਹੜੇ ਰੋਮਨ ਸੀਗੇ ਉਹਨਾਂ ਦੇ ਉੱਤੇ ਹਾਵੀ ਹੁੰਦੇ ਗਏ। ਸੋ ਐਂਡ ਦੇ ਵਿੱਚ ਇਹ ਬੈਟਲ ਆਫ ਕੈਨੇ ਦੇ ਸਥਾਨ ਦੇ ਉੱਤੇ ਇਹ ਲੜਾਈ ਲੜੀ ਗਈ 216 BC। ਨੰਬਰ 3, military organization and techniques of fighting of English and Normans with particular reference of Battle of Hastings 1066 AD। ਸੋ ਇੱਕ ਗੱਲ ਹੋਰ ਧਿਆਨ ਦੇ ਯੋਗ ਹੈ ਕਿ ਉੱਪਰ ਪਹਿਲੀਆਂ ਦੋ ਲੜਾਈਆਂ ਉਹ BC ਦੇ ਵਿੱਚ ਹੋਈਆਂ, ਬਿਫੋਰ ਕ੍ਰਾਈਸਟ। ਉਸਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ BC ਹੈ ਜੋ ਉਹ ਘਟਦੀ ਸੀਗੀ, ਜਿਸ ਤਰ੍ਹਾਂ ਅੱਜ ਸਾਲ ਸੰਨ ਵੱਧਦੇ ਨੇ 2020, 2021, 2022, ਇਸ ਤਰ੍ਹਾਂ ਜਿਹੜੀ BC ਸੀ ਉਹ ਘਟਦੀ ਸੀ। ਸੋ ਦੈਟ ਮੀਨਸ ਜੋ ਫਸਟ ਨੰਬਰ 'ਤੇ 331 BC ਵਾਲਾ ਫਾਈਟ ਹੈ ਐਂਡ ਸੈਕਿੰਡ ਨੰਬਰ 'ਤੇ ਜੋ 216 BC ਦੀ ਫਾਈਟ ਹੈ, ਤਾਂ ਇਸ ਦਾ ਮਤਲਬ 331 BC ਵਾਲੀ ਫਾਈਟ ਹੈ ਪਹਿਲਾਂ ਹੋ ਚੁੱਕੀ ਹੈ, 216 BC ਵਾਲੀ ਬਾਅਦ ਵਿੱਚ। ਇਸ ਦੇ ਵਿੱਚ ਅੱਗੇ ਆਪਾਂ ਸਿਲੇਬਸ ਦੇ ਵਿੱਚ ਵਿਸਤਾਰ 'ਚ ਪੜ੍ਹਾਂਗੇ। ਨੰਬਰ 4, ਦ ਮੰਗੋਲ ਆਰਟ ਆਫ ਵਾਰ ਅੰਡਰ ਚੰਗੇਜ਼ ਖਾਨ। ਚੰਗੇਜ਼ ਖਾਨ ਜੋ ਮੰਗੋਲ ਦੇਸ਼ ਸੀਗੇ ਤੋਂ ਆਏ ਸੀਗੇ ਸਾਡੇ ਭਾਰਤ ਦੇ ਵਿੱਚ, ਉਹਨਾਂ ਦੀ ਜੋ ਮਿਲਟਰੀ ਆਰਗੇਨਾਈਜੇਸ਼ਨ ਸੀ, ਆਰਮੀ ਦੀ ਆਰਗੇਨਾਈਜੇਸ਼ਨ ਸੀ, ਉਹਨਾਂ ਦੀ ਜੋ ਜੰਗ ਲੜਨ ਦੀ ਕਲਾ ਸੀਗੀ, ਆਰਟ ਆਫ ਵਾਰ, ਉਸਦੇ ਬਾਰੇ ਅਸੀਂ ਸੈਕਸ਼ਨ B, ਇੰਡਸਟਰੀਅਲ ਰੈਵੋਲੂਸ਼ਨ ਐਂਡ ਇਟਸ ਇੰਪੈਕਟ। ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਹੈ ਉਹ 18ਵੀਂ ਸਦੀ ਦੇ ਦੂਸਰੇ ਮੱਧ ਦੇ ਵਿੱਚ ਆਈ। ਇੰਡਸਟਰੀਅਲ ਰੈਵੋਲੂਸ਼ਨ ਆਉਣ ਦੇ ਨਾਲ ਨਾਲ ਉਦਯੋਗਿਕ ਕ੍ਰਾਂਤੀ ਦੇ ਨਾਲ ਸਾਡੀ ਸੁਸਾਇਟੀ ਉੱਤੇ ਇਸ ਦਾ ਕੀ ਪ੍ਰਭਾਵ ਪਿਆ, ਨਵੇਂ ਹਥਿਆਰ ਬਣਨ ਦੇ ਨਾਲ ਇਸ ਦਾ ਲੈਂਡ ਵਾਰਫੇਅਰ 'ਤੇ, ਨੇਵਲ ਵਾਰਫੇਅਰ 'ਤੇ, ਜੰਗਾਂ 'ਤੇ ਕੀ ਅਸਰ ਹੋਇਆ, ਕਮਿਊਨੀਕੇਸ਼ਨ 'ਤੇ ਇਸ ਦੇ ਕੀ ਪ੍ਰਭਾਵ ਪਏ। ਅਤੇ ਇਸੇ ਨਵੇਂ ਹਥਿਆਰਾਂ ਦੇ ਆਉਣ ਦੇ ਨਾਲ ਜੋ ਜੰਗ ਲੜਨ ਦੀ ਰਣਨੀਤੀ ਸੀ, ਯੁੱਧ ਨੀਤੀ ਸੀ, ਉਹ ਵੀ ਹੌਲੀ ਹੌਲੀ ਚੇਂਜ ਹੁੰਦੀ ਗਈ।
ਸੋ ਉਹਨਾਂ 'ਤੇ ਕੀ ਪ੍ਰਭਾਵ ਪਿਆ ਉਦਯੋਗਿਕ ਕ੍ਰਾਂਤੀ ਦਾ, ਆਪਾਂ ਇਸ ਦੇ ਵਿੱਚ ਪੜ੍ਹਾਂਗੇ। ਨੰਬਰ 2, ਨੈਪੋਲੀਅਨਸ ਆਰਟ ਆਫ ਵਾਰ, ਐਲੀਮੈਂਟਸ ਆਫ ਨੈਪੋਲੀਅਨਿਕ ਵਾਰਫੇਅਰ, ਪ੍ਰਿੰਸੀਪਲਸ ਆਫ ਨੈਪੋਲੀਅਨ। ਨੈਪੋਲੀਅਨ ਇਤਿਹਾਸ ਦੇ ਵਿੱਚ ਇੱਕ ਬੜਾ ਹੀ ਬਹਾਦਰ ਸੂਰਵੀਰ ਜਰਨੈਲ ਹੋਇਆ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਿਪਾਹੀ ਤੋਂ ਲੈ ਕੇ ਮਿਲਟਰੀ ਜਨਰਲ ਬਣਨ ਤੱਕ ਕੀਤੀ ਅਤੇ ਉਹ ਬਾਅਦ ਵਿੱਚ ਰਾਜਾ ਵੀ ਬਣਿਆ। ਸੋ ਉਸਦਾ ਜੋ ਇਸ ਸਕਸੈਸ ਦੇ ਪਿੱਛੇ ਲੜਾਈ ਕਰਨ ਦੇ ਜਿਹੜੇ ਉਹਦੇ ਤਕਨੀਕਾਂ ਸੀਗੀਆਂ, ਯੁੱਧ ਕਰਨ ਦੀ ਕਲਾ ਸੀ, ਉਸ ਦੇ ਬਾਰੇ ਅਸੀਂ ਪੜ੍ਹਾਂਗੇ। ਨੰਬਰ 3, ਨੇਵਲ ਵਾਰਫੇਅਰ ਵਿਦ ਪਾਰਟੀਕਲ ਰੈਫਰੈਂਸ ਟੂ ਦਾ ਬੈਟਲ ਆਫ ਟ੍ਰਫਲਗਰ 1805 AD। ਸੋ ਅਸੀਂ ਪੜ੍ਹਾਂਗੇ ਕਿ ਟ੍ਰਫਲਗਰ ਦੀ ਲੜਾਈ ਦੇ ਵਿੱਚ ਜੋ ਕਿ ਨੇਵਲ ਵਾਰਫੇਅਰ ਹੋਈ ਸੀਗੀ, ਕਿੰਨੀ ਪ੍ਰਭਾਵਸ਼ਾਲੀ ਸੀ, ਕਿਉਂਕਿ ਇਸ ਸਮੇਂ ਜੋ ਕਿ ਸਮੁੰਦਰੀ ਜੰਗਬਾਜ਼ੀ ਸੀ ਉਹ ਕਾਫੀ ਵਿਕਸਿਤ ਹੋ ਚੁੱਕੀ ਸੀਗੀ 18ਵੀਂ ਸਦੀ ਤੱਕ। ਸੋ ਉਸਦੇ ਨਾਲ ਨਾਲ ਕੀ ਪ੍ਰਭਾਵ ਪਏ, ਅਸੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨੰਬਰ 4, ਅਮਰੀਕਨ ਸਿਵਲ ਵਾਰ 1961-65। ਅਮਰੀਕਨ ਸਿਵਲ ਵਾਰ ਅਤੇ ਇੰਡਸਟਰੀਅਲ ਰੈਵੋਲੂਸ਼ਨ ਦਾ ਜਿਹੜਾ ਪੀਰੀਅਡ ਆ ਉਹ ਲਗਭਗ ਨੇੜੇ ਤੇੜੇ ਹੀ ਆ, ਸੇਮ ਹੈ। ਸੋ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੈ। ਜਿਹੜੀਆਂ ਇਹ ਉਦਯੋਗਿਕ ਕ੍ਰਾਂਤੀ ਦੇ ਆਉਣ ਦੇ ਨਾਲ ਜੋ ਜੰਗਾਂ ਦਾ ਜਿਹੜਾ ਰੂਪ ਬਦਲਦਾ ਗਿਆ, ਹਥਿਆਰਾਂ ਦੀ ਲੋੜ ਮਹਿਸੂਸ ਹੁੰਦੀ ਗਈ, ਵੱਧ ਤੋਂ ਵੱਧ ਮਾਰੂ ਹਥਿਆਰਾਂ ਦੀ ਲੋੜ ਮਹਿਸੂਸ ਹੁੰਦੀ ਗਈ। ਸੋ ਉਸ ਦੇ ਅਕੋਰਡਿੰਗ ਹੀ ਇਹਨਾਂ ਮਾਸ ਡਿਸਟਰਕਸ਼ਨ ਵਾਲੇ ਨਵੇਂ ਵੈਪਨ ਸੀ ਜਿਹੜੇ ਉਹ ਸਾਹਮਣੇ ਆਉਂਦੇ ਗਏ, ਜੋ ਕਿ ਹੋਰ ਜ਼ਿਆਦਾ ਤਬਾਹੀ ਵਾਲੇ ਸਨ। ਇਸ ਦੇ ਵਿੱਚ ਅਸੀਂ ਅਮਰੀਕਨ ਸਿਵਲ ਵਾਰ ਦੀ ਕਾਰਨਾਂ ਬਾਰੇ, ਜਿਹੜੇ ਮੁੱਖ ਘਟਨਾਵਾਂ ਸੀ ਉਸ ਦੇ ਬਾਰੇ ਵਿਸਤਾਰ ਵਿੱਚ ਪੜ੍ਹਾਂਗੇ। ਨੈਕਸਟ ਤੁਹਾਡਾ ਪ੍ਰੈਕਟੀਕਲ ਐਗਜ਼ਾਮੀਨੇਸ਼ਨ, ਡਿਊਰੇਸ਼ਨ 3 hours, ਰਿਟਨ ਟੈਸਟ 1 hour, ਵਾਈਵਾ ਤੁਹਾਡਾ 2 hours ਹੈ। ਪ੍ਰੈਕਟੀਕਲ ਮੈਕਸੀਮਮ ਮਾਰਕਸ 20 ਹੋਣਗੇ, ਜਿਸ ਨੂੰ 3 ਹਿੱਸੇ ਵਿੱਚ ਵੰਡਿਆ ਗਿਆ। ਰਿਟਨ ਟੈਸਟ 10 marks, ਵਾਈਵਾ ਜੋ ਕਿ ਇੱਕ ਐਕਸਟਰਨਲ ਐਗਜ਼ਾਮੀਨਰ ਦੁਆਰਾ ਲਿਆ ਜਾਏਗਾ 5 marks, ਰਿਕਾਰਡ ਬੁੱਕ ਜੋ ਤੁਸੀਂ ਪ੍ਰੈਕਟੀਕਲ ਫਾਈਲ ਬਣਾਉਂਦੇ ਹੋ 5 marks। ਪ੍ਰੈਕਟੀਕਲ 'ਚ ਤੁਹਾਡਾ ਫਸਟ ਕੁਐਸਚਨ, relief features and their representations on the map, methods of depicting relief, contour, relief features ਧਰਤੀ ਦੀਆਂ ਵਿਸ਼ੇਸ਼ਤਾਵਾਂ ਨੂੰ ਅਸੀਂ ਜਦੋਂ ਨਕਸ਼ੇ ਉੱਤੇ ਰਿਪਰੈਜ਼ੈਂਟ ਕਰਦੇ ਹਾਂ, ਦਰਸਾਉਂਦੇ ਹਾਂ, ਤਾਂ ਉਸ ਨੂੰ ਦਰਸਾਉਣ ਦੇ ਕੁਝ ਮੈਥਡ ਨੇ। ਕੰਟੋਰ ਲਾਈਨਸ ਦੁਆਰਾ ਅਸੀਂ ਧਰਤੀ ਦੀਆਂ ਵਿਸ਼ੇਸ਼ਤਾਵਾਂ ਨੂੰ ਨਕਸ਼ੇ ਉੱਤੇ ਦਰਸਾਉਂਦੇ ਹਾਂ, ਤਾਂ ਕਿ ਜੋ ਧਰਤੀ ਹੈ ਸਾਡੀ ਉਹ ਕਿਸੇ ਥਾਂ ਤੋਂ ਪੱਧਰੀ ਹੈ, ਕਿਸੇ ਥਾਂ ਤੋਂ ਉੱਚੀ ਹੈ, ਕਿਤੇ ਪਠਾਰ ਹੈ, ਕਿਤੇ ਪਹਾੜ ਨੇ। ਸੋ ਇਹਨਾਂ ਵਿਸ਼ੇਸ਼ਤਾਵਾਂ ਨੂੰ ਅਗਰ ਅਸੀਂ ਇੱਕ ਪਲੇਨ ਪੇਪਰ ਦੇ ਉੱਪਰ ਦਰਸਾਉਣਾ ਹੋਵੇ ਤਾਂ ਉਸ ਨੂੰ ਕਿਸ ਤਰ੍ਹਾਂ ਦਰਸਾਇਆ ਜਾ ਸਕਦਾ, ਕਿਉਂਕਿ ਪੇਪਰ ਪਲੇਨ ਹੈ ਤਾਂ ਉਸ ਨੂੰ ਕੰਟੋਰ ਲਾਈਨਸ ਦੀ ਥਾਂ ਕੇ ਕੰਟੋਰ ਲਾਈਨਸ ਦੁਆਰਾ ਅਸੀਂ ਉਲੀਕ ਕੇ ਇਹ ਸ਼ੋਅ ਕਰ ਸਕਦੇ ਹਾਂ ਕਿ ਕਿੱਥੋਂ ਧਰਤੀ ਉੱਚੀ ਹੈ, ਕਿੱਥੋਂ ਨਹੀਂ। ਉਹ ਤੁਹਾਡਾ ਪ੍ਰੈਕਟੀਕਲ ਦੇ ਵਿੱਚ ਕਵਰ ਹੋ ਜਾਏਗਾ। ਸੈਕਿੰਡ, ਟਾਈਪਸ ਆਫ ਸਲੋਪ ਐਂਡ ਦੇ ਰਿਪਰੈਜ਼ੈਂਟੇਸ਼ਨ ਔਨ ਦਾ ਮੈਪ ਬਾਈ ਕੰਟੋਰ ਲਾਈਨ। ਜੋ ਢਲਾਣ ਦੀਆਂ ਕਿਸਮਾਂ, ਢਲਾਨਾਂ ਕਿੰਨੀਆਂ ਪ੍ਰਕਾਰ ਦੀਆਂ ਨੇ, ਉਸ ਨੂੰ ਕੰਟੋਰ ਲਾਈਨਸ ਦੀ ਮਦਦ ਨਾਲ ਅਸੀਂ ਨਕਸ਼ੇ 'ਤੇ ਕਿਵੇਂ ਦਰਸਾ ਸਕਦੇ। ਗ੍ਰੇਡੀਐਂਟਸ ਐਂਡ ਸਲੋਪਸ ਇਨ ਡਿਗਰੀ, ਇਹ ਵੀ ਢਲਾਨਾਂ ਨੂੰ ਅਸੀਂ ਡਿਗਰੀਜ਼ ਦੇ ਵਿੱਚ ਮਾਪਾਂਗੇ। ਨੰਬਰ 4, ਨੈਵੀਗੇਸ਼ਨ ਇਨ ਡਿਫਰੈਂਟ ਟਾਈਪਸ ਆਫ ਟੈਰੇਨ, ਡੈਜ਼ਰਟ, ਮਾਊਂਟੇਨ, ਆਰਕਟਿਕ, ਜੰਗਲ। ਸੋ ਵੱਖ-ਵੱਖ ਥਾਵਾਂ 'ਤੇ ਪੱਧਰੇ ਮੈਦਾਨਾਂ ਦੇ, ਪਹਾੜੀ ਇਲਾਕੇ 'ਤੇ, ਮਾਰੂਥਲ 'ਤੇ, ਜੰਗਲ ਦੇ ਵਿੱਚ ਅਸੀਂ ਜੋ ਨੈਵੀਗੇਸ਼ਨ ਹੈ, ਦਿਸ਼ਾਵਾਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ, ਇਸ ਦੇ ਬਾਰੇ ਪੜ੍ਹਾਂਗੇ। ਥੈਂਕਸ ਫॉर ਵਾਚਿੰਗ। ਐਡਮਿਸ਼ਨ ਦੇ ਲਈ ਤੁਸੀਂ ਖਾਲਸਾ ਕਾਲਜ ਪਟਿਆਲਾ .org